morning students. This is Rajpinder Singh from Guru Nanak Public Senior Secondary School रईया। बच्चों ਆਪਾਂ +2 ਕਲਾਸ ਦੀ ਕੈਮਿਸਟਰੀ ਤੇ ਯੂਨਿਟ ਕਰਦੇ ਪਏ ਇਲੈਕਟ੍ਰੋਕੈਮਿਸਟਰੀ। ਕੱਲ ਇੱਕ ਚੀਜ਼ ਮੈਂ ਕੱਲ ਵਾਲੀ ਚੀਜ਼ ਰਿਪੀਟ ਕਰਨਾ ਚਾਹੁੰਦਾ ਵਾਂ NaCl ਐਕਵਸ ਫਾਰਮ ਵਾਲੀ, ਇੱਕ ਵਾਰ ਚੱਜ ਨਾਲ ਕਲੀਅਰ ਹੋ ਜਾਊਗਾ। ਦੇਖਿਓ ਹੁੰਦਾ ਕੀ ਆ ਇੱਥੇ, ਜਿੱਦਾਂ NaCl ਜਿਹੜਾ NaCl ਨੂੰ ਤੋੜਿਆ ਗਿਆ Na+ ਤੇ Cl- ਦੇ ਵਿੱਚ ਹੀਟ ਕਰਕੇ ਨਹੀਂ ਤੋੜਿਆ, ਬਸ ਪਾਣੀ ਪਾਇਆ, ਇਹਦੇ 'ਚ ਟੁੱਟ ਗਿਆ। ਹੁਣ ਆਪਣੇ ਦਿਮਾਗ 'ਚ ਕੀ ਰਹਿਣਾ ਚਾਹੀਦਾ ਵਾ ਵੀ ਜਿਹੜਾ ਇਹ ਪ੍ਰੋਸੈਸ ਹੋਣਾ ਇਲੈਕਟ੍ਰੋਲਿਸਿਸ, ਜਿਹਦੇ 'ਚ ਐਨੋਡ 'ਤੇ ਕੁਝ ਚਿਪਕਦਾ ਜਾ ਕੇ ਕੈਥੋਡ 'ਤੇ ਕੁਝ ਚਿਪਕਦਾ। ਇੱਕ ਕੈਥੋਡ ਆ, ਇੱਕ ਐਨੋਡ ਆ, ਇਸ ਤਰ੍ਹਾਂ ਦੀ ਚੀਜ਼ ਆ। ਹੁਣ ਇੱਥੇ ਆਪਾਂ ਕੀ ਦੇਖਦੇ ਹਾਂ, NaCl ਵੀ ਆ ਇਹਦੇ ਵਿੱਚ ਅਤੇ ਪਾਣੀ ਵੀ ਆ ਇਹਦੇ ਵਿੱਚ, H2O ਵੀ ਆ। NaCl ਵਿੱਚੋਂ ਕਿਹੜੀ ਚੀਜ਼ ਨਿਕਲੀ, Na+ ਤੇ Cl-। ਪਾਣੀ ਵੀ ਨਾਲ ਲੱਗਦਾ ਟੁੱਟ ਗਿਆ, H+ ਤੇ OH-। ਹੁਣ ਆਪਾਂ ਐਨੋਡ ਕੈਥੋਡ 'ਤੇ ਦੇਖੀਏ, ਐਨੋਡ 'ਤੇ ਕੀ ਹੋਊਗਾ, ਕੈਥੋਡ 'ਤੇ ਕੀ ਹੋਊਗਾ। ਐਨੋਡ 'ਤੇ ਕੀ ਹੁੰਦਾ, ਆਕਸੀਡੇਸ਼ਨ। ਆਕਸੀਡੇਸ਼ਨ ਦਾ ਮਤਲਬ ਕੀ ਹੈਗਾ, ਲਾਸ ਆਫ ਇਲੈਕਟ੍ਰੋਨ। ਕੈਥੋਡ 'ਤੇ ਕੀ ਹੁੰਦਾ, ਰਿਡਕਸ਼ਨ। ਰਿਡਕਸ਼ਨ ਦਾ ਮਤਲਬ ਕੀ ਹੁੰਦਾ, ਗੇਨ ਆਫ ਇਲੈਕਟ੍ਰੋਨ। ਹੁਣ ਇਲੈਕਟ੍ਰੋਨ ਦਾ ਲਾਸ ਕਿੰਨਾ ਦਾ ਹੋਣਾ, ਜਿੰਨਾ ਕੋ ਜ਼ਿਆਦਾ ਨਹੀਂ। ਇੱਕ ਹੈਗਾ Cl-, ਇੱਕ ਹੈਗਾ OH-। ਗੇਨ ਕਿੰਨਾ ਦਾ ਹੋਣਾ ਵਾ, ਜਿੰਨਾ ਕੋਲ ਘੱਟ ਆ। ਇੱਕ ਹੈਗਾ Na+, ਇੱਕ ਹੈਗਾ H+। Na+ ਨੇ ਗੇਨ ਕੀਤਾ ਤੇ Na ਸੋਲਿਡ ਬਣ ਗਿਆ। ਹਾਈਡਰੋਜਨ ਨੇ ਗੇਨ ਕੀਤਾ ਤੇ H2 ਬਣਿਆ। ਇੱਥੇ 2 ਵਾ, ਬੈਲੈਂਸ ਕਰ ਲਈ, 2 ਤੇ 2 ਲਾਤਾ ਤੇ ਇਹਨੂੰ ਵੀ 2 ਨਾਲ ਮਲਟੀਪਲਾਈ ਕਰਾਤਾ। ਬਾਅਦ 'ਚ ਇੱਥੇ 2 ਆਉਣਾ ਤੇ ਇੱਥੇ ਵੀ 2 ਆਉਣਾ। ਹੁਣ ਆਪਾਂ ਜੇਕਰ ਇਹਦੀ ਵੈਲਿਊ ਵੇਖੀਏ ਨਾ, E0, ਹਾਈਡਰੋਜਨ ਦੀ ਵੈਲਿਊ ਕਿੰਨੀ ਹੁੰਦੀ, 0। ਅਤੇ ਜੇਕਰ ਆਪਾਂ ਸੋਡੀਅਮ ਦੀ ਦੇਖੀਏ, ਉਹਦੀ ਹੁੰਦੀ ਆ -2.71 ਵੋਲਟ, -2.71 ਵੋਲਟ। ਅਤੇ ਇਹਨਾਂ ਦੋਨਾਂ ਵਿੱਚੋਂ ਕਿਹੜੀ ਰਿਐਕਸ਼ਨ ਹੋਣੀ ਜਿਹੜੀ ਮੋਰ ਪੋਜ਼ੀਟਿਵ ਹੁੰਦੀ। ਫਿਰ ਕੌਣ ਮੋਰ ਪੋਜ਼ੀਟਿਵ, 0 ਕੇ ਮਾਈਨਸ ਵਾਲਾ, 0 ਵਾਲਾ। ਫਿਰ ਆਪਾਂ ਕਵਾਂਗੇ ਐਟ ਕੈਥੋਡ ਹਾਈਡਰੋਜਨ ਗੈਸ ਇਜ਼ ਲਿਬਰੇਟਿਡ। ਹਾਈਡਰੋਜਨ ਗੈਸ ਇਜ਼ ਲਿਬਰੇਟਿਡ। ਇਹ ਤਾਂ ਕਲੀਅਰ ਹੋ ਜਾਂਦਾ, ਇਹ ਤਾਂ ਕਲੀਅਰ ਹੋ ਗਿਆ। ਹੁਣ ਉੱਪਰ ਵਾਲੀ ਚੀਜ਼ ਵੀ ਆਪਾਂ ਕਲੀਅਰ ਕਰੀਏ। Cl-, ਇਹਨੇ ਇੱਕ ਇਲੈਕਟ੍ਰੋਨ ਕੀ ਕਰਨਾ, ਲਾਸ ਕੀਤਾ ਅਤੇ ਕਿਹ 'ਚ ਬਦਲਿਆ, Cl 'ਚ। ਪਰ ਸਾਨੂੰ ਪਤਾ ਹੈ ਡਾਈ ਅਟੋਮਿਕ ਇੱਥੇ 2 ਆਉਂਦਾ, ਇੱਥੇ 2 ਆਉਂਦਾ ਅਤੇ ਇੱਥੇ 2 ਆਉਂਦਾ। OH- ਕਿਹ 'ਚ ਬਦਲਦਾ ਵਾ, ਵਾਟਰ ਦੇ ਵਿੱਚ, ਆਕਸੀਜਨ ਦੇ ਵਿੱਚ, 2 ਜਾਣਿਆਂ ਵਿੱਚ, ਵਾਟਰ ਦੇ ਵਿੱਚ, ਆਕਸੀਜਨ ਦੇ ਵਿੱਚ, ਅਤੇ ਇੱਕ ਇਲੈਕਟ੍ਰੋਨ ਲਾਸ ਕਰ ਦਿੰਦਾ। ਹੁਣ ਆਪਾਂ ਇਹਨਾਂ ਨੂੰ ਬੈਲੈਂਸ ਕਰਦੇ ਹਾਂ। ਜਿੱਦਾਂ ਲਾਸ ਇਹ 4 ਇਲੈਕਟ੍ਰੋਨ ਕਰਦਾ ਇੱਥੇ, ਕੱਲ੍ਹ ਮੈਂ ਇੱਥੇ 2 ਵੀ ਲਿਖਾਇਆ ਹੋਊਗਾ, ਜਿੱਦਾਂ ਦੇਖ ਲਿਓ। ਬੈਲੈਂਸ ਕਰਨਾ ਹੀ ਆਪਾਂ ਕਿਸੇ ਤਰੀਕੇ ਨਾਲ। ਇੱਥੇ 4 ਲਾ ਦਿੰਦੇ। ਆਕਸੀਜਨ ਕਿੰਨੇ ਨੇ, ਇੱਧਰ 2 ਅਤੇ ਇੱਕ 3। ਮੈਂ ਇੱਥੇ 2 ਲਾ ਦਿੰਦਾ, 2 ਤੇ 2 4, ਅਤੇ ਇੱਥੇ ਵੀ 4 ਲਾ ਦਿੰਦਾ। ਇੱਧਰ 4 ਮਾਈਨਸ ਅਤੇ ਇੱਧਰ ਵੀ 4 ਮਾਈਨਸ। ਕੱਲ੍ਹ ਮੈਂ ਹੋ ਸਕਦਾ ਇੱਥੇ 2 ਲਾਇਆ ਹੋਵੇ ਅਤੇ ਇੱਧਰ ਕਿਤੇ ਹਾਫ ਲਾਇਆ ਹੋਵੇ, ਕੋਈ ਗੱਲ ਨਹੀਂ, ਇੱਦਾਂ ਵੀ ਬੈਲੈਂਸ ਹੋ ਜਾਂਦੀ। ਅਤੇ ਉੱਪਰਲੇ ਨੂੰ ਉੱਪਰ ਵੀ 4 ਕਰਨੇ, ਕਿਹਦੇ ਨਾਲ ਮਲਟੀਪਲਾਈ ਕਰਾਂਗੇ, 2 ਨਾਲ। ਹੁਣ ਇਹਨਾਂ ਦੋਨਾਂ ਵਿੱਚੋਂ ਕਿਹੜੀ ਚੀਜ਼ ਲਿਬਰੇਟ ਹੋਣੀ ਹੈ ਅਤੇ ਕਿਹੜੀ ਨਹੀਂ, ਆਕਸੀਜਨ ਗੈਸ ਹੋਣੀ ਕਿ ਕਲੋਰੀਨ ਗੈਸ ਹੋਣੀ। ਇੱਥੇ ਕਲੋਰੀਨ ਹੁੰਦੀ ਜੇ, ਅਤੇ ਇਹਦੇ ਤੋਂ ਉਲਟ ਚੀਜ਼ ਹੁੰਦੀ। ਇੱਥੇ ਮੈਂ ਕੀ ਕਿਹਾ ਸੀ, ਮੈਂ ਕਿਹਾ ਸੀ ਮੋਰ ਪੋਜ਼ੀਟਿਵ, ਇੱਥੇ ਲੈਸ ਪੋਜ਼ੀਟਿਵ ਵਾਲਾ ਸਿਲੈਕਟ ਹੁੰਦਾ। ਰੀਜ਼ਨ ਕੀ ਆ, ਮੈਂ ਕੱਲ੍ਹ ਇੱਦਾਂ ਦੀਆਂ ਵੈਲਿਊ ਦੱਸੀਆਂ ਸੀ ਤੁਹਾਨੂੰ। ਕੁਐਸਚਨ ਤੁਹਾਨੂੰ ਆ ਸਕਦਾ ਵਾ ਵੀ ਆਕਸੀਜਨ ਲਿਬਰੇਟ ਕਿਉਂ ਨਹੀਂ ਹੋਈ, ਕਲੋਰੀਨ ਕਿਉਂ ਲਿਬਰੇਟ ਹੋਈ। ਮੈਂ ਵੈਲਿਊ ਫਿਰ ਲਿਖ ਦਿੰਦਾ। ਕਲੋਰੀਨ ਦੀ ਵੈਲਿਊ ਹੁੰਦੀ ਆ 1.36, ਕਲੋਰੀਨ ਦੀ ਵੈਲਿਊ ਹੁੰਦੀ ਆ 1.36 E0 ਵਾਲੀ, ਅਤੇ ਇਹਦੀ ਵੈਲਿਊ ਹੁੰਦੀ ਆ 1.23। ਹੁਣ ਜੇਕਰ ਇਹਨਾਂ ਦੋਨਾਂ ਵਿੱਚੋਂ ਵੇਖੀਏ,
ਇਹ ਮੈਂ ਕਿਹੜੀਆਂ ਲਿਖੀਆਂ ਪੋਜ਼ੀਟਿਵ, ਕੱਲ ਮੈਂ ਇੱਥੇ ਨੈਗੇਟਿਵ ਪਾਇਆ ਸੀ, ਮਾਈਨਸ ਪਾ ਦਿੰਨਾ ਨਾਲ। ਹੁਣ ਇਹਨਾਂ ਵਿੱਚੋਂ ਮੋਰ ਪੋਜ਼ੀਟਿਵ ਤੇ ਹੈਗੀ ਆ 1.23, ਪਰ ਫਿਰ ਵੀ ਆੜੀ ਚੀਜ਼ ਹੁੰਦੀ ਪਈ। ਕੁਐਸਚਨ ਇੱਥੇ ਬਣ ਜਾਂਦਾ ਵਾਈ chlorine is liberated, why chlorine is liberated। ਪਹਿਲਾ ਤੇ ਇਹਦੇ ਦੋ ਰੀਜ਼ਨ ਦੇ ਦਿਓ। ਰੀਜ਼ਨ ਨੰਬਰ 1 ਕੰਸਨਟ੍ਰੇਸ਼ਨ ਸੋਲਿਊਸ਼ਨ ਆਫ NaCl। ਵੀ ਆ ਜਿਹੜਾ ਸੋਲਿਊਸ਼ਨ ਆ ਨਾ, ਇਹ 'ਚ ਵਾਟਰ ਦੀ ਮਾਤਰਾ ਬਹੁਤ ਘੱਟ ਆ, NaCl ਜ਼ਿਆਦੀ ਮਾਤਰਾ ਵਿੱਚ ਆ। ਜਿੱਥੇ NaCl ਕੰਸਨਟ੍ਰੇਟਿਡ ਡਿਲਿਊਟ ਨਹੀਂ ਹੈਗਾ, ਉੱਥੇ ਫਿਰ ਆਪਣੇ ਆਪ ਹੀ ਕਿੰਨਾ ਦਾ ਇਫੈਕਟ ਜ਼ਿਆਦਾ ਹੋਣਾ, ਇਹਦੇ ਆਇਨ ਦਾ, ਸੋਡੀਅਮ ਦਾ ਇਫੈਕਟ ਜ਼ਿਆਦਾ ਜਾਂ ਕਲੋਰੀਨ ਦਾ ਇਫੈਕਟ ਜ਼ਿਆਦਾ। ਫਿਰ ਆਪਾਂ ਕਵਾਂਗੇ ਕਲੋਰੀਨ ਕੰਸਨਟ੍ਰੇਸ਼ਨ ਜ਼ਿਆਦਾ ਹੀ ਤੇ ਤਾਂ ਕਰਕੇ ਕਲੋਰੀਨ ਗੈਸ ਲਿਬਰੇਟ ਹੋਈ। ਦੂਸਰਾ ਰੀਜ਼ਨ ਦੇਖਿਓ, ਦੂਸਰਾ ਹੈਗਾ ਓਵਰ ਵੋਲਟੇਜ ਗ੍ਰੇਟਰ ਦੈਨ 1.23। ਹੁਣ ਇੱਥੇ ਜੇ ਆਪਾਂ ਕੋਈ ਗਲਵੈਨੋਮੀਟਰ ਲਾਈਏ ਤੇ ਸਾਨੂੰ ਇੱਥੇ ਵੋਲਟੇਜ ਦੀ ਰੀਡਿੰਗ ਆਉਂਦੀ ਪਈ ਆ 1.23 ਵੋਲਟ। ਹੁਣ ਜੇ ਤੇ 1.23 ਤੋਂ ਜ਼ਿਆਦਾ ਵਾ, ਆ ਜਿਹੜੀਆਂ ਮੈਂ ਵੈਲਿਊ ਲਿਖੀਆਂ ਇਹ ਮੈਂ ਲਿਖੇ ਰਿਡਕਸ਼ਨ ਪੋਟੈਂਸ਼ੀਅਲ। ਜੇ ਮੈਂ ਕਹਾਂ ਆਕਸੀਡੇਸ਼ਨ ਪੋਟੈਂਸ਼ੀਅਲ ਹੋਣਾ ਇਹਦਾ ਪੋਜ਼ੀਟਿਵ 1.36 ਤੇ ਇਹਦਾ ਹੋਊਗਾ ਪੋਜ਼ੀਟਿਵ 1.23। ਆ ਆਕਸੀਡੇਸ਼ਨ ਪੋਟੈਂਸ਼ੀਅਲ ਆ। ਹੁਣ ਇਸ ਜਗ੍ਹਾ ਤੇ ਵੋਲਟੇਜ 1.23 ਤੋਂ ਜ਼ਿਆਦਾ ਵਾ, ਫਿਰ ਉਹ 1.23 ਨੂੰ ਕਿਉਂ ਸਿਲੈਕਟ ਕਰੇ? ਜਦੋਂ ਵੋਲਟੇਜ ਹੀ 1.23 ਤੋਂ ਜ਼ਿਆਦਾ ਵਾ, ਹੋ ਸਕਦਾ 1.40 ਹੋਵੇ ਤੇ ਉਹ ਆਪਣੇ ਤੋਂ 1.36 ਵਾਲਾ ਸਿਲੈਕਟ ਕਰ ਲੂਗਾ। ਜੇ ਤੇ ਇੱਥੇ ਵੋਲਟੇਜ ਹੁੰਦਾ ਮੰਨ ਲਓ 1.25 ਹੁੰਦਾ, ਫਿਰ 1.36 ਵਾਲਾ ਸਿਲੈਕਟ ਨਹੀਂ ਹੋਣਾ। ਜੇ 1.25 ਵੋਲਟੇਜ ਹੁੰਦਾ ਤੇ ਫਿਰ 1.23 ਵਾਲਾ ਸਿਲੈਕਟ ਹੋਣਾ ਸੀ। ਇੱਦਾਂ ਦਾ ਵੀ ਕੋਈ ਕਾਰਨ ਹੁੰਦਾ, ਜੇਕਰ ਵੋਲਟੇਜ ਕਾਫੀ ਜ਼ਿਆਦਾ ਵਾ ਤੇ ਵੱਡੀ ਵੋਲਟੇਜ ਵਾਲੀ ਵੈਲਿਊ ਸਿਲੈਕਟ ਹੁੰਦੀ। ਫਿਰ ਵੱਡਾ ਵੋਲਟੇਜ ਕਿਹਦਾ ਹੀ? ਕਲੋਰੀਨ ਦਾ। ਇੱਥੇ ਕਲੋਰੀਨ ਗੈਸ ਕਿਉਂ ਲਿਬਰੇਟ ਹੋਈ ਆ? ਇੱਕ ਤੁਸੀਂ ਯਾਦ ਰੱਖ ਲਿਓ, ਇੱਥੇ ਨਮਕ ਦੀ ਮਾਤਰਾ ਜ਼ਿਆਦਾ ਤਾਂ ਕਰਕੇ ਕਲੋਰੀਨ ਗੈਸ ਲਿਬਰੇਟ ਹੋਈ ਆ। ਇੱਕ ਇੱਥੇ ਓਵਰ ਪੋਟੈਂਸ਼ੀਅਲ ਆ, ਜਾਂ ਓਵਰ ਵੋਲਟੇਜ ਲਿਖ ਸਕਦੇ ਜਾਂ ਆਪਾਂ ਕਹਿ ਸਕਦੇ ਹਾਂ ਓਵਰ ਪੋਟੈਂਸ਼ੀਅਲ। ਬਸ ਇਹੋ ਇੱਕ ਹੈਗਾ ਹੀ ਥੋੜ੍ਹਾ ਟ੍ਰਿਕੀ ਜਿਹਾ, ਤੁਹਾਨੂੰ ਯਾਦ ਰਵੇ ਵੀ ਇਹਦੇ ਵਿੱਚ ਕੁਝ ਵੱਖਰਾ ਕਿਹਾ ਸੀ। ਹੁਣ ਅਗਲਾ ਅੱਜ ਆਪਾਂ ਕਰਦੇ ਹਾਂ ਐਕੁਅਸ NaCl ਤੋਂ ਬਾਅਦ ਹੁਣ ਆਪਾਂ ਕਰਾਂਗੇ ਇਲੈਕਟ੍ਰੋਲਿਸਿਸ ਕਿਹਦੀ? ਮੋਲਟਨ PbBr2 ਲੈਡ ਬ੍ਰੋਮਾਈਡ। Pb ਦਾ ਮਤਲਬ ਲੈਡ, Br ਹੋ ਗਿਆ ਬ੍ਰੋਮਾਈਡ, ਲੈਡ ਬ੍ਰੋਮਾਈਡ। ਮੋਲਟਨ ਇੱਥੇ ਵਾਟਰ ਨਹੀਂ ਜੇ ਹੈਗਾ। PbBr2 ਨੂੰ ਆਪਾਂ ਹੀਟ ਕੀਤਾ Pb2+ ਤੇ Br ਮਾਈਨਸ, Br2 ਨੇ ਇੱਥੇ 2 ਲਾ ਦੇਣਾ, 2 ਆਇਨ ਵਿੱਚ ਟੁੱਟ ਗਿਆ। ਹੁਣ ਆਪਾਂ ਦੇਖਦੇ ਐਟ ਐਨੋਡ ਕੀ ਹੋਊਗਾ ਤੇ ਐਟ ਕੈਥੋਡ ਕੀ ਹੋਊਗਾ। ਐਨੋਡ ਤੇ ਕੀ ਹੁੰਦਾ? ਐਨੋਡ ਤੇ ਹੁੰਦੀ ਆਕਸੀਡੇਸ਼ਨ ਦਾ ਮਤਲਬ ਕੀ ਹੈਗਾ? ਲਾਸ ਆਫ ਇਲੈਕਟ੍ਰੋਨ। ਤੇ ਕੈਥੋਡ ਤੇ ਕੀ ਹੁੰਦੀ ਆ? ਰਿਡਕਸ਼ਨ ਦਾ ਮਤਲਬ ਕੀ ਹੈਗਾ? ਗੇਨ ਆਫ ਇਲੈਕਟ੍ਰੋਨ ਦਾ ਗੇਨ ਹੋਣਾ। ਹੁਣ ਕਿਹਦੇ ਤੋਂ ਇਲੈਕਟ੍ਰੋਨ ਲਾਸ ਹੋ ਸਕਦੇ? ਜਿੱਤੇ ਮਾਈਨਸ ਚਾਰਜ ਆ, Br ਨੈਗੇਟਿਵ, ਇਹਨੇ ਇਲੈਕਟ੍ਰੋਨ ਕੀ ਕਰਨਾ? ਲਾਸ Br ਵਿੱਚ ਬਦਲ ਜਾਣਾ। ਪਰ ਕੰਡੀਸ਼ਨ ਕੀ ਆ? ਬ੍ਰੋਮੀਨ ਡਾਈ ਅਟੋਮਿਕ ਹੁੰਦਾ, ਇੱਥੇ 2 ਲੱਗਣਾ, ਇੱਥੇ 2 ਲੱਗਣਾ ਤੇ ਇੱਥੇ 2 ਲੱਗਣਾ। ਫਿਰ ਆਪਾਂ ਕਿਹਾ ਐਟ ਐਨੋਡ ਬ੍ਰੋਮੀਨ ਗੈਸ ਇਜ਼ ਲਿਬਰੇਟਿਡ। ਇੱਕ ਤੇ ਆ ਹੋ ਗਿਆ। ਕੈਥੋਡ ਤੇ ਦੇਖਦੇ, ਕੈਥੋਡ ਤੇ ਹੈਗਾ ਲੈਡ, ਇਹਨੇ ਇਹੋ 2 ਇਲੈਕਟ੍ਰੋਨ ਗੇਨ ਕਰ ਲੈਣੇ। ਕੀ ਬਣ ਗਿਆ? Pb ਸੋਲਿਡ ਫਾਰਮ ਦੇ ਵਿੱਚ ਆ ਗਿਆ, ਆ ਗੈਸੀਅਸ ਫਾਰਮ ਦੇ ਵਿੱਚ ਹੀ ਤਾਂ ਕਰਕੇ ਲਿਬਰੇਟਿਡ ਕਹਿਤਾ। ਇੱਥੇ ਆਪਾਂ ਕਵਾਂਗੇ ਐਟ ਕੈਥੋਡ ਲੈਡ ਇਜ਼ ਡਿਪੋਜ਼ਿਟਿਡ। ਤੁਹਾਨੂੰ ਮੈਂ ਅੱਗੇ ਵੀ ਸਿਖਾ ਚੁੱਕਿਆ ਵਾਂ, ਸੋਲਿਡ ਚੀਜ਼ ਲਈ ਆਪਾਂ ਵਰਡ ਵਰਤਣਾ ਡਿਪੋਜ਼ਿਟਿਡ, ਗੈਸ਼ੀਅਸ ਚੀਜ਼ ਲਈ ਆਪਾਂ ਵਰਡ ਵਰਤਣਾ ਲਿਬਰੇਟਿਡ। ਠੀਕ ਹੈ, ਇੰਨਾ ਕਰਦੇ ਹਾਂ। ਆ ਚੀਜ਼ ਭਾਵੇਂ ਹੁਣ ਨੋਟ ਨਾ ਕਰਿਓ ਕਿਉਂਕਿ ਤੁਸੀਂ ਕੱਲ ਕਰ ਚੁੱਕੇ ਆ, ਸਮਝ ਲਿਓ ਜ਼ਰੂਰ।
ਵੀ ਕਲੋਰੀਨ ਗੈਸ ਕਿਉਂ ਲਿਬਰੇਟ ਹੋਈ, ਮੈਂ ਫਿਰ ਰੀਜ਼ਨ ਦੱਸਦਾ, ਹੋਣੀ ਚਾਹੀਦੀ ਆਕਸੀਜਨ। ਥਰੈਟੀਕਲੀ ਜੇਕਰ ਆਪਾਂ ਰੂਲ ਵੇਖੀਏ, ਪਰ ਹੁੰਦੀ ਕਲੋਰੀਨ ਆ। ਰੀਜ਼ਨ ਕੀ ਹੈਗਾ, NaCl ਦੀ ਕੰਸਨਟ੍ਰੇਸ਼ਨ ਜ਼ਿਆਦਾ, ਤੇ ਉੱਥੇ ਓਵਰ ਪੋਟੈਂਸ਼ੀਅਲ ਆ ਤਾਂ ਕਰਕੇ। ਠੀਕ ਹੈ, ਥੈਂਕ ਯੂ ਜੀ।